Hello student, myself Dr. Gursimranjit Kaur. ਪਿਛਲੀ ਆਡੀਓ ਦੇ ਵਿੱਚ ਅਸੀਂ ਲੈਂਡ ਟੈਨਿਓਰ ਸਿਸਟਮ ਬਾਰੇ ਗੱਲ ਕੀਤੀ ਸੀ ਕਿ ਲੈਂਡ ਟੈਨਿਓਰ ਸਿਸਟਮ ਕਿਹੋ ਜਿਹਾ ਹੈ। ਇਸ ਆਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਪ੍ਰੀ ਇੰਡੀਪੈਂਡੈਂਸ ਵੇਲੇ ਸਾਡਾ ਲੈਂਡ ਟੈਨਿਓਰ ਸਿਸਟਮ ਕਿਹੋ ਜਿਹਾ ਸੀਗਾ। ਉਸ ਟਾਈਮ ਤੇ ਸਾਡੇ ਕੋਲ ਤਿੰਨ ਤਰ੍ਹਾਂ ਦਾ ਲੈਂਡ ਟੈਨਿਓਰ ਸਿਸਟਮ ਪਾਇਆ ਜਾਂਦਾ ਸੀਗਾ: ਰਾਇਤਵਾੜੀ ਸਿਸਟਮ, ਮਾਲਵਾੜੀ ਸਿਸਟਮ ਐਂਡ ਜ਼ਿੰਮੇਦਾਰੀ ਸਿਸਟਮ। ਰਾਇਤਵਾੜੀ ਸਿਸਟਮ ਜਿਹੜਾ ਹੈ ਉਹ ਹਿੰਦੂ ਕਮਿਊਨਿਟੀ ਦੇ ਟ੍ਰੈਡੀਸ਼ਨ ਵਿੱਚੋਂ ਆਇਆ ਸੀ। The state exercise its control over the Royat. Royat means Royat is a person who holds land as a cultivator of the soil. He himself was responsible for the payment of revenue. The Royatwadi system was introduced by Captain Reed and Thomas Munro in 1792. And firstly, this system is implemented in Madras. Later on, it is extended to Bombay, Bihar, and MP. Now, merits of Royatwadi system. First is the peasant ownership. ਇਹਦੇ ਵਿੱਚ ਇਹ ਸੀਗਾ ਕਿ ਫਾਰਮਰ ਕੋਲ ਰਾਈਟਸ ਹੁੰਦੇ ਸੀਗੇ ਆਪਣੀ ਲੈਂਡ ਦੇ ਲਈ। ਉਹ ਐਫਰਟਸ ਕਰ ਸਕਦਾ ਸੀਗਾ ਇਹਦੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੇ ਲਈ। Now second is there is a relationship between government and the farmers, और government ਹੈ ਜਿਹੜੀ ਨਾ ਉਹ ਉਹਨਾਂ ਦੀਆਂ ਪ੍ਰੋਬਲਮਸ ਨੂੰ ਅੰਡਰਸਟੈਂਡ ਕਰਦੀ ਸੀ ਔਰ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੀ ਸੀ। ਇਹਦੇ ਵਿੱਚ ਕੋਈ ਵੀ ਮਿਡਲਮੈਨ ਜਿਵੇਂ ਏਜੰਟਸ ਟ੍ਰੇਡਰਸ ਨੇ ਜਿਹੜੇ ਉਹ ਨਹੀਂ ਸੀ ਪਾਏ ਜਾਂਦੇ ਔਰ ਲੈਂਡ ਦਾ ਰਿਕਾਰਡ ਹੈ ਜਿਹੜਾ ਉਹ ਈਜ਼ੀਲੀ ਅਵੇਲੇਬਲ ਹੁੰਦਾ ਸੀ। ਅੰਡਰ ਦਿਸ ਸਿਸਟਮ the work of fencing of fields and cooperative farming can be undertaken more easily. Now the second point is temporary settlement. The income of the government from land revenue does not remain constant. It means it is a flexible according to the situation. If any natural crisis, then the income of rent of land is decreased. Now government assistance. The government gave concession in the land revenue during the floods or other natural crises. ਨਾਓ ਸੋਸ਼ਲ ਇਕੁਐਲਿਟੀ, ਇਹਦੇ ਵਿੱਚ ਇਹ ਸੀਗਾ ਕਿ ਸਾਰੇ ਲੋਕਾਂ ਨੂੰ ਥੋੜ੍ਹੀ ਥੋੜ੍ਹੀ ਜ਼ਮੀਨ ਆ ਜਿਹੜੀ ਉਹ ਦਿੱਤੀ ਜਾਂਦੀ ਸੀ ਤਾਂ ਕਿ ਸਮਾਜ ਦੇ ਵਿੱਚ ਇੱਕ ਸਮਾਨਤਾ ਬਣੀ ਰਹੇ, ਕੋਈ ਵੀ ਬਿਨਾਂ ਜ਼ਮੀਨ ਤੋਂ ਨਾ ਹੋਵੇ। ਅਨਕਲਟੀਵੇਟਡ ਲੈਂਡ, ਔਰ ਜਿਹੜੀ ਲੈਂਡ ਅਨਕਲਟੀਵੇਟਡ ਹੈ, ਜਿਹੜੀ ਲੈਂਡ 'ਤੇ ਖੇਤੀ ਨਹੀਂ ਕੀਤੀ ਜਾਂਦੀ, ਉਸ ਲੈਂਡ ਨੂੰ ਦਾ ਰੈਂਟ ਆ ਜਿਹੜਾ ਉਹ ਨਹੀਂ ਲਿੱਤਾ ਜਾਂਦਾ ਸੀ। ਨਾਓ ਡੀਮੈਰਿਟਸ, ਸਬ ਡਿਵੀਜ਼ਨ, ਕਿਉਂਕਿ ਸਾਰੇ ਲੋਕਾਂ ਨੂੰ ਲੈਂਡ ਦਿੱਤੀ ਜਾਂਦੀ ਸੀ ਇਸ ਕਰਕੇ ਸੀ ਜਿਹੜੀ ਉਹ ਲੈਂਡ ਨੂੰ ਛੋਟੇ ਪਾਰਟਸ ਦੇ ਵਿੱਚ ਡਿਵਾਈਡਸ ਕੀਤਾ ਜਾਂਦਾ ਸੀ, ਜਿਹਦੇ ਕਰਕੇ ਉਹਦੀ ਐਫੀਸ਼ੀਐਂਸੀ ਹੈ ਜਿਹੜੀ ਉਹ ਡਿਕਰੀਜ਼ਡ ਹੁੰਦੀ ਸੀ। ਸੈਕੰਡ, ਇਹ ਜਿਹੜਾ ਇਹ ਐਕਸਪੈਂਸਿਵ ਸੀ ਕਿਉਂਕਿ ਰੈਂਟ ਸਾਰਿਆਂ ਤੋਂ ਕਲੈਕਟ ਕਰਨਾ ਹੁੰਦਾ ਸੀਗਾ। ਟ੍ਰਾਂਸਫਰ ਆਫ ਲੈਂਡ ਔਨ ਮਨੀ ਟ੍ਰੇਡਰਸ, ਇਹਦੇ ਵਿੱਚ ਕੀ ਆ ਕਿ ਜਦੋਂ ਸਾਰੇ ਜਿਹੜੇ ਛੋਟੇ ਫਾਰਮਰ ਸੀਗੇ ਉਹ ਲੈਂਡ ਦਾ ਰੈਂਟ ਨਹੀਂ ਦੇ ਪਾਉਂਦੇ ਸੀ ਤਾਂ ਉਹ ਆਪਣੀ ਲੈਂਡ ਆ ਜਿਹੜੀ ਉਹ ਟ੍ਰਾਂਸਫਰ ਕਰ ਦਿੰਦੇ ਸੀ ਮਨੀ ਲੈਂਡਰਸ ਨੂੰ, ਔਰ ਮਨੀ ਲੈਂਡਰਸ ਨੇ ਜਿਹੜੇ ਉਸ ਲੈਂਡ ਨੂੰ ਜਿੰਨਾ ਮਰਜ਼ੀ ਖਰੀਦ ਸਕਦੇ ਸੀ ਕਿਉਂਕਿ ਕੋਈ ਵੀ ਸੀਲਿੰਗ ਜਿਹੜੀ ਉਹ ਨਹੀਂ ਸੀ। ਆਰਬਿਟਰੇਰੀ ਰੈਂਟ ਦੇ ਵਿੱਚ there are a lot of opportunity for favoritism by the government officer while fixing rent, and they can be bribed easily. No collective basis of life. The other problem is the system is that collective basis of life is destroyed and decay of village community starts. Lack of land reforms, ਜਦੋਂ ਉਹਨਾਂ ਕੋਲ ਆਪਣੇ ਲੈਂਡ ਦੇ ਰਿਫਾਰਮਸ ਲਈ ਉਹ ਹਮੇਸ਼ਾ ਹੀ ਹੈਜ਼ੀਟੇਟ ਕਰਦੇ ਰਹੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਸੀ ਕਿ ਅਗਰ ਕੱਲ੍ਹ ਨੂੰ ਰੈਂਟ ਇਨਕਰੀਜ਼ ਕਰ ਗਿਆ ਤਾਂ ਉਹ ਆਪਣੀ ਇਨਕਮ ਚੋਂ ਕਿੱਥੋਂ ਰੈਂਟ ਆ ਜਿਹੜਾ ਉਹ ਦੇਣਗੇ। ਔਰ ਇੱਕ ਇਹੋ ਜਿਹੀ ਕਲਾਸ ਪੈਦਾ ਹੋ ਗਈ ਐਬਸੈਂਟੀ ਲੈਂਡਲॉर्ड्स ਦੇ ਵਿੱਚ ਕਿ ਜਿਹੜੀ ਕਲਾਸ ਹੈ ਜਿਹੜੀ ਉਹ ਕਲਟੀਵੇਟਡ ਤਾਂ ਕਰਦੀ ਨਹੀਂ ਸੀ, ਉਹਨਾਂ ਨੇ ਜਾ ਕੇ ਸ਼ਹਿਰਾਂ ਦੇ ਵਿੱਚ ਰਹਿਣਾ ਸ਼ੁਰੂ ਕਰਤਾ ਔਰ ਆਪਣੀ ਲੈਂਡ ਆ ਜਿਹੜੀ ਉਹ ਟਨਿਓਰ ਨੂੰ ਦੇਣੀ ਸ਼ੁਰੂ ਕਰ ਦਿੱਤੀ, ਉਹ ਤੋਂ ਰੈਂਟ ਲੈਣਾ ਸ਼ੁਰੂ ਕਰ ਦਿੱਤਾ ਔਰ ਉੱਥੇ ਆ ਜਿਹੜੀ ਕਿਸਾਨ ਦੀ ਐਕਸਪਲੋਇਟੇਸ਼ਨ ਹੈ ਜਿਹੜੀ ਉਹ ਜ਼ਿਆਦਾ ਹੋ। ਨਾਲ ਨੈਕਸਟ ਇਜ਼ ਦਾ ਮਾਹਲਵਾੜੀ ਸਿਸਟਮ। Lord William Vandyck passed the Regulation 9 of 1833 which lead to the basis of Mahalwadi system. In this system, land was owned by the village community as a whole but cultivated individually. This system largely prevailed in Punjab, Agra and Awadh. ਜਿਹੜੇ ਮੈਰਿਟਸ ਸੀਗੇ ਇਸ ਸਿਸਟਮ ਦੇ ਉਹ ਸੀਗੇ coexistence. The Mahalwadi system encouraged the feeling of coexistence since the ownership and liabilities are collective.
The second is coordination between individuality and collectivity. A peaceful coordination between individuality and collectivity can be found under the Mahalwadi system. Each partner is free to do what he wants with his land, but the ownership of the land remain the community. Safety from exploitation, ਇਹਦੇ ਵਿੱਚ middleman नहीं सी ਹੁੰਦਾ, इस करके कोई भी exploitation है ਜਿਹੜੀ ਉਹ नहीं सी ਹੁੰਦੀ. The last is the determination of rent is temporary. The rent of land can be increased with an increase in the value of land. Increased rent will be increase the income of the government. Now the demerits of Mahalwadi system, ਇਹਦੇ ਚ ਰੈਂਟ ਆ ਜਿਹੜਾ ਉਹ ਜ਼ਿਆਦਾ ਹੁੰਦਾ ਸੀ, ਉਸੇ ਤਰ੍ਹਾਂ ਕਿਉਂਕਿ ਲੈਂਡ ਸਾਰਿਆਂ ਕੋਲ ਹੁੰਦੀ ਸੀ, ਉਹਨਾਂ ਤੋਂ ਸਾਰਿਆਂ ਤੋਂ ਰੈਵਨਿਊ ਕਲੈਕਟ ਕਰਨਾ ਹੁੰਦਾ ਸੀਗਾ, ਇਸ ਕਰਕੇ ਵੀ ਹਾਈ ਐਕਸਪੈਂਸਿਸ ਸੀਗੀ. ਐਬਸੈਂਟੀ ਲੈਂਡਲॉर्डिज्म ਅਸੀਂ ਪਿਛਲੇ ਉਹਦੇ ਡਿਸਕਸ ਕਰ ਚੁੱਕੇ ਹਾਂ. ਨਾਓ ਦਾ ਜ਼ਿਮੀਂਦਾਰੀ ਸਿਸਟਮ, ਜ਼ਿਮੀਂਦਾਰੀ ਸਿਸਟਮ ਸੀਗਾ 1793 ਦੇ ਵਿੱਚ ਲਾਰਡ ਕਾਰਨਵਾਲਿਸ ਨੇ ਸ਼ੁਰੂ ਕੀਤਾ ਸੀਗਾ. ਬੇਸਿਕਲੀ ਈਸਟ ਇੰਡੀਆ ਕੰਪਨੀ ਨੇ ਆਪਣੇ ਪੈਰ ਜਮਾਉਣੇ ਇੱਥੇ ਸ਼ੁਰੂ ਕੀਤੇ ਸੀਗੇ. ਰੈਵਨਿਊ ਆ ਜਿਹੜਾ ਉਹ ਫਿਕਸਡ ਹੁੰਦਾ ਸੀ, ਇਸ ਕਰਕੇ ਇਹ ਸਿਸਟਮ ਨੂੰ ਪਰਮਾਨੈਂਟ ਸੈਟਲਮੈਂਟ ਵੀ ਕਿਹਾ ਜਾਂਦਾ ਸੀਗਾ. ਔਰ ਇਹ ਸਿਸਟਮ ਨੇ ਇੱਕ ਇਹੋ ਜਿਹੀ ਕਲਾਸ ਪੈਦਾ ਕੀਤੀ ਜਿਹੜੀ ਜ਼ਿਮੀਂਦਾਰੀ ਕਲਾਸ ਆਈ, ਔਰ ਜ਼ਿਮੀਂਦਾਰ ਆਪ ਖੇਤੀ ਨਹੀਂ ਸੀ ਕਰਦਾ, ਉਹ ਆਪਣੇ ਮੁਜ਼ਾਰਿਆਂ ਨੂੰ ਦਿੰਦਾ ਸੀ, ਜਿਹਦੇ ਨਾਲ ਕੀ ਆ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਸੀ, ਕਿਉਂਕਿ ਲੈਂਡਲॉर्ड ਤੋਂ ਲੈ ਕੇ ਟੈਨਿਓਰ ਦੇ in between 5 to 9 ਜਿਹੜੇ ਨੇ ਉਹ ਮਿਡਲਮੈਨ ਮੰਨੇ ਜਾਂਦੇ ਸੀਗੇ. ਔਰ ਇਸ ਸਿਸਟਮ ਨੇ ਸਭ ਤੋਂ ਵੱਧ ਐਗਰੀਕਲਚਰ ਦੀ ਡਿਵੈਲਪਮੈਂਟ ਤੇ ਬੈਡ ਇਫੈਕਟ ਪਾਇਆ. ਨਾਓ ਮੈਰਿਟਸ ਆਫ ਜ਼ਿਮੀਂਦਾਰੀ ਸਿਸਟਮ. The first is financial advantage. Zamindari system resulted in a stable income for the government, and expenses incurred in redetermining the rent from time to time were also solved. The second is उन्होंने politically advantage उन्होंने ये होया कि class है ਜਿਹੜੀ ਉਹ ਉਹਨਾਂ ਲੋਕਾਂ ਦੀ ਪੈਦਾ ਹੋਈ ਜਿਨ੍ਹਾਂ ਨੇ British company ਨੂੰ establish ਕਰਨ ਦੇ ਵਿੱਚ help ਕੀਤੀ. ਸੋਸ਼ਲ ਐਡਵਾਂਟੇਜ ਇਹ ਹੋਇਆ ਜਿਹੜੀ ਉਹ ਕਲਾਸ ਸੀਗੀ ਉਹ ਉਹਨਾਂ ਨੇ ਐਜੂਕੇਸ਼ਨ ਨੂੰ ਸਪਰੈਡ ਕਰਨ ਦੇ ਵਿੱਚ ਤੇ ਮਾਡਰਨ ਟੈਕਨੀਕਸ ਜਿਹੜੀਆਂ ਐਗਰੀਕਲਚਰ ਦੇ ਲਈ ਅਡਾਪਟ ਕੀਤੀਆਂ ਜਾਣੀਆਂ ਸੀਗੀਆਂ ਉਹ ਤੇ ਸਟੈਂਡਰਡ ਆਫ ਲਿਵਿੰਗ ਜਿਹੜਾ ਉਹਦੇ 'ਚ ਹੈਲਪ ਕੀਤੀ. ਇਕਨੋਮਿਕ ਐਡਵਾਂਟੇਜ ਆ ਜਿਹੜਾ ਉਹ ਇਸ ਸਿਸਟਮ ਦੇ ਵਿੱਚ led to emergence of a class of agricultures which could show extraordinary levels of tolerance and hard work in times of difficulties. Now the demerits of Zamindari system. Obstacle to development. A system ने agriculture ਦੇ sector ਦੇ ਵਿੱਚ development ਦੇ ਵਿੱਚ ਇੱਕ ਬਹੁਤ ਵੱਡੀ problem और create ਕੀਤੀ. There was no incentive for investment by the farmers, and they continued to use the traditional methods of the farming. Exploitation, क्योंकि ਇਹਦੇ ਚ ਜਿਹੜੇ ਨੇ traders ਜ਼ਿਆਦਾ ਸੀ, high rate of rent ਸੀਗਾ 40 to 75% ਜਿਹੜੀ total production ਸੀ ਉਹਦਾ rent ਦਿੱਤਾ ਜਾਂਦਾ ਸੀ. ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਮਿਡਲਮੈਨ ਬਹੁਤ ਸੀਗੇ, ਐਬਸੈਂਟੀ ਲੈਂਡਲॉर्ड ਵੀ ਸੀਗੇ, ਔਰ ਗਵਰਨਮੈਂਟ ਤੇ ਵੀ ਐਡਵਰਸ ਇਫੈਕਟ ਪਿਆ ਇਸ ਦੀ ਇਨਕਮ ਦਾ. The rent used to be determined in a permanent settlement in this system and could not be increased even if it was necessary. This had an adverse effect on the income of the government. Lack of help and difficulties. Under the Zamindari system, government help was not available to the farmers at time of floods and other natural crises. Increase in subdivision. The Zamindari system divided the land into very small pieces and then let them out in order to increase their income. As a result of this, land was divided into very small pieces and a condition of subdivision came into being. So this is my topic. So thank you, students.